प्यारे बच्चों, समाज सिक्ख्या का पाठ 19 बस्तीवाद ते शहरीकरण। तो अज असी बस्तीवाद ਅਤੇ शहरीकरण पाठ के बारे जाणांगे। आओ ਆਪਾਂ इस पाठ का अध्ययन करिए। शहरीकरण सब तो पहला असी शहरीकरण की डेफिनेशन ਜਾਂ ਉਸ ਦੇ बारे पता करांगे है कि शहरीकरण। पहला ਆਪਾਂ गल करांगे बस्तीवाद। बस्तीवाद का भाव अर्थ है किसी देश उत्ते दूजे देश या देशों द्वारा राजनीतिक आर्थिक ਅਤੇ समाजिक तौर पर अधिकार करना। जिमें अंग्रेज़ों ने साडे भारत देश के उपर कब्जा किया सी, तो भारत एक अंग्रेज़ों की ਜਾਂ इंग्लैंड की एक बस्ती सी। शहरी परिवर्तन, तो शहरी परिवर्तन तो भाव है किसी देश की राजनीतिक दिशा में परिवर्तन होने नाल शहरीकरण कस्बिਆਂ ਅਤੇ शहरां स्थिति ਅਤੇ महत्ता ਵਿੱਚ परिवर्तन होना। तो आओ उस तो अगे असी गल करिए शहरीकरण ਅਤੇ नवे कस्बिਆਂ ਦਾ ਉਥਾਨ। ਹੁਣ ਪਹਿਲਾਂ ਡੈਫੀਨੇਸ਼ਨ ਕੀਤੀ ਹੈ ਸ਼ਹਿਰੀਕਰਨ ਦੀ, ਹੁਣ ਆਪਾਂ ਅੱਗੇ ਜਾਣਦੇ ਹਾਂ ਵਿਸਤਾਰ ਦੇ ਵਿੱਚ। ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਉਥਾਨ ਤਦ ਹੁੰਦਾ ਹੈ ਜੇਕਰ ਉਹ ਰਾਜਨੀਤਿਕ ਸ਼ਕਤੀ ਦਾ ਕੇਂਦਰ ਜਾਂ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੁੰਦਾ ਹੈ। ਜੇਕਰ ਕਿਸੇ ਦੇਸ਼ ਦੀ ਰਾਜਸੀ ਸ਼ਕਤੀ ਵਿੱਚ ਪਰਿਵਰਤਨ ਹੋਣ ਨਾਲ ਸੰਬੰਧਿਤ ਸ਼ਾਸਕ ਆਪਣੀ ਰਾਜਧਾਨੀਆਂ ਬਦਲਦੇ ਹਨ ਤਾਂ ਉਦੋਂ ਕਈ ਕਸਬੇ ਆਪਣੀ ਮਹੱਤਤਾ ਖੋ ਬੈਠਦੇ ਹਨ ਅਤੇ ਨਵੇਂ ਕਸਬੇ ਉਹਨਾਂ ਦੀ ਥਾਂ ਲੈ ਲੈਂਦੇ ਹਨ। ਜਿਵੇਂ ਹੁਣ ਐਗਜ਼ਾਮਪਲ ਦਿਖਾਈ ਗਈ ਹੈ, ਆਪਣੀ ਦੱਸੀ ਗਈ ਹੈ। ਪ੍ਰਾਚੀਨ ਕਾਲ ਵਿੱਚ ਹੜੱਪਾ ਅਤੇ ਮੋਹਿੰਜੋਦੜੋ ਦੋ ਉੱਨਤ ਸ਼ਹਿਰ ਸਨ। ਇਹ ਦੋ ਸ਼ਹਿਰ ਜਿਹੜੇ ਆ ਪ੍ਰਾਚੀਨ ਕਾਲ ਵੇਲੇ ਸਿੱਧੂ ਘਾਟੀ ਸੱਭਿਅਤਾ ਵਿੱਚ ਉਸ ਸਮੇਂ ਜ਼ਿਆਦਾ ਮਹੱਤਤਾ ਰੱਖਦੇ ਸੀ, ਪਰ ਹੁਣ ਇਹ ਆਪਦੀ ਮਹੱਤਤਾ ਗਵਾ ਬੈਠੇ ਆ ਕਿਉਂਕਿ ਸਮਾਂ ਬਦਲ ਗਿਆ। ਅੰਗਰੇਜ਼ਾਂ ਨੇ ਇੱਥੇ ਆ ਕੇ ਜਦੋਂ ਦੇਸ਼ 'ਚ ਵਸੇ ਤਾਂ ਉਹਨਾਂ ਨੇ 3 ਨਵੇਂ ਸ਼ਹਿਰਾਂ 'ਤੇ ਜ਼ਿਆਦਾ ਧਿਆਨ ਦਿੱਤਾ, ਜਿਵੇਂ ਮਦਰਾਸ, ਬੰਬਈ, ਕਲਕੱਤਾ। ਤਾਂ ਇੱਥੇ ਆ ਕੇ ਲੋਕ ਰਹਿਣ ਲੱਗ ਗਏ ਕਿਉਂਕਿ ਉਹਨਾਂ ਨੂੰ ਤਰੱਕੀ ਦੇ ਜ਼ਿਆਦਾ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਸੀ। ਰੁਜ਼ਗਾਰ ਦੇ ਮੌਕੇ ਉਹਨਾਂ ਨੂੰ ਇੱਥੇ ਉਪਲਬਧ ਹੋਏ ਤਾਂ ਇੱਥੇ ਹੀ ਲੋਕ ਵਸ ਗਏ। ਭਾਰਤ 'ਚ ਅੰਗਰੇਜ਼ੀ ਰਾਜ ਦੀ ਸ਼ਕਤੀ ਵਿਸਤਾਰ ਹੋਣ ਨਾਲ ਉਹਨਾਂ ਦੇ ਨਵੇਂ ਪ੍ਰਸ਼ਾਸਨਿਕ ਕੇਂਦਰ ਪ੍ਰਸਿੱਧ ਸ਼ਹਿਰੀ ਸਥਾਨਾਂ ਵਿੱਚ ਵਿਕਸਿਤ ਹੋਣ ਨਾਲ ਉਹਨਾਂ ਦੀ ਮਹੱਤਤਾ ਵੱਧ ਗਈ। ਜਦੋਂ ਇਹ ਇਸ ਤਰ੍ਹਾਂ ਦੇ 3 ਸ਼ਹਿਰ ਜਿਹੜੇ ਜਿਵੇਂ ਇਹ ਕੇਂਦਰ ਆਪਾਂ ਨੂੰ ਗੱਲ ਕੀਤੀ ਮਦਰਾਸ, ਬੰਬੇ ਅਤੇ ਕਲਕੱਤਾ ਦੀ, ਤਾਂ ਇੱਥੇ ਉਹਨਾਂ ਦੀ ਸਾਰੀ ਰਾਜਨੀਤਿਕ ਸ਼ਕਤੀ ਇਕੱਠੀ ਹੋ ਗਈ। ਯਾਨੀ ਕਿ ਇੱਥੇ ਬੈਠ ਕੇ ਹੀ ਉਹ ਸਾਰੇ ਦੇਸ਼ 'ਤੇ ਰਾਜ ਕਰਨ ਦੇ ਉੱਪਰ ਵਿਚਾਰ ਵਟਾਂਦਰਾ ਕਰਦੇ ਸੀ। ਇੱਥੇ ਹੀ ਆਪਣੀ ਬੈਠ ਕੇ ਉਹ ਯੋਜਨਾ ਬਣਾਉਂਦੇ ਸੀ। ਯਾਨੀ ਕਿ ਉਹਨਾਂ ਦੀ ਇਹ 3 ਪ੍ਰੈਜ਼ੀਡੈਂਸੀਆਂ ਸੀ। ਜਦ ਕਿ ਭਾਰਤੀ ਸ਼ਾਸਕਾਂ ਦੇ ਕੇਂਦਰ ਦੀ ਮਹੱਤਤਾ ਉਸ ਸਮੇਂ ਖਤਮ ਹੋ ਗਈ ਜਦੋਂ ਭਾਰਤੀ ਸ਼ਾਸਕ ਆਪਣਾ ਰਾਜ ਖੋ ਬੈਠੇ ਸਨ। ਤਾਂ ਅੰਗਰੇਜ਼ਾਂ ਦੇ ਆਉਣ ਨਾਲ ਜਿਹੜੇ ਭਾਰਤੀ ਸ਼ਾਸਕ ਹੈ ਉਹਨਾਂ ਦੀ ਸ਼ਕਤੀ ਖਤਮ ਹੋ ਗਈ ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਸੰਧੀਆਂ ਨਾਲ ਜਾਂ ਉਹਨਾਂ ਨੂੰ ਯੁੱਧ ਵਿੱਚ ਹਰਾ ਕੇ ਉਹਨਾਂ ਦੇ ਰਾਜਾਂ 'ਤੇ ਕਬਜ਼ਾ ਕਰ ਲਿਆ। ਇਸ ਕਰਕੇ ਉਹਨਾਂ ਦੇ ਆਪਦੇ ਰਾਜਾਂ ਦੀ ਜਿਹੜੀ ਮਹੱਤਤਾ ਹੈ, ਜਿਵੇਂ ਸੂਰਤ ਸੀ ਜਾਂ ਹੋਰ ਕਈ ਸ਼ਹਿਰ ਸੀਗੇ, ਉਹ ਆਪਣੀ ਮਹੱਤਤਾ ਖੋ ਬੈਠੇ। ਅਤੇ ਜਿੱਥੇ ਅੰਗਰੇਜ਼ਾਂ ਨੇ ਸਰਪ੍ਰਸਤੀ ਦਿੱਤੀ ਜਿਸ ਰਾਜਾਂ ਨੂੰ ਜਾਂ ਸ਼ਹਿਰ ਨੂੰ, ਜਿਵੇਂ ਮਦਰਾਸ, ਬੰਬਈ, ਕਲਕੱਤਾ ਵਰਗਿਆਂ ਨੂੰ, ਤਾਂ ਉਹ ਸ਼ਹਿਰ ਜ਼ਿਆਦਾ ਤਰੱਕੀ ਪ੍ਰਾਪਤ ਕਰ ਗਏ। ਹੁਣ ਨਵੇਂ ਕਸਬਿਆਂ ਦਾ ਉਥਾਨ। ਹੁਣ ਕਿਹੜੇ ਨਵੇਂ ਕਸਬੇ ਉਸ ਸਮੇਂ ਹੋਂਦ ਵਿੱਚ ਆਏ ਜਦੋਂ ਅੰਗਰੇਜ਼ ਭਾਰਤ ਵਿੱਚ ਰਾਜਸੀ ਸ਼ਕਤੀ ਬਣ ਗਏ। ਤਾਂ ਆਪਾਂ ਪਿੱਛੇ ਗੱਲ ਕੀਤੀ ਬੰਬਈ, ਕਲਕੱਤਾ ਅਤੇ ਮਦਰਾਸ। ਆਓ ਮਦਰਾਸ ਬਾਰੇ ਗੱਲ ਕਰੀਏ। ਮਦਰਾਸ ਚੇਨਈ ਨਗਰ ਭਾਰਤ ਦੇ ਪੂਰਬੀ ਤੱਟ 'ਤੇ ਸਥਿਤ ਹੈ। ਇਹ ਤਾਮਿਲਨਾਡੂ ਦੀ ਰਾਜਧਾਨੀ ਹੈ। ਇੱਥੇ ਵੀ ਈਸਟ ਇੰਡੀਆ ਕੰਪਨੀ ਦੀ ਪ੍ਰੈਜ਼ੀਡੈਂਸੀ ਦਾ ਕੇਂਦਰ ਸੀ। ਤਾਂ ਆਪਾਂ ਗੱਲ ਕੀਤੀ ਤਾਂ ਇਹ ਪ੍ਰੈਜ਼ੀਡੈਂਸੀ ਸੀ ਉਹਨਾਂ ਦੀ, ਯਾਨੀ ਕਿ ਇੱਥੇ ਬੈਠ ਕੇ ਹੀ ਆਪਣਾ ਸਾਰੀ ਯੋਜਨਾ ਬਣਾਉਂਦੇ ਸੀਗੇ। 1639 ਵਿੱਚ ਅੰਗਰੇਜ਼ਾਂ ਨੂੰ ਸਰਕਾਰ ਦਾ ਪਟਾ ਪ੍ਰਾਪਤ ਹੋ ਗਿਆ। ਕਰਨਾਟਕ ਯੁੱਧ ਦੇ ਸਮਾਪਤ ਹੋਣ ਪਿੱਛੋਂ 1748 ਵਿੱਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਦੇ ਦਿੱਤਾ ਗਿਆ ਸੀ ਕਿਉਂਕਿ ਕਰਨਾਟਕ 3 ਯੁੱਧ ਹੋਏ ਸੀ। ਅਤੇ ਇਹ ਯੁੱਧ ਹੋਏ ਸੀ ਫਰਾਂਸ ਦੇ ਨਾਲ, ਫਰੈਂਚ ਜਿਹੜੇ ਸੀਗੇ ਉਹਨਾਂ ਦੇ ਨਾਲ, ਫਰਾਂਸੀਸੀਆਂ ਨਾਲ। ਇੱਥੇ ਵੇਖਣਯੋਗ ਸਥਾਨ ਜਿਹੜੇ ਹੈਗੇ ਉਹ ਕਿਹੜੇ ਆ? ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ, ਮਦਰਾਸ ਹਾਈ ਕੋਰਟ ਅਤੇ ਸਮੁੰਦਰੀ ਤੱਟ। ਇਹ ਇਸ ਸ਼ਹਿਰ ਦੀ ਸ਼ਾਨ ਵਧਾਉਂਦੇ ਹਨ। ਬੰਬਈ, ਜਿਹਨੂੰ ਮੁੰਬਈ ਵੀ ਕਹਿੰਦੇ ਆ, ਇਹ ਮਹਾਰਾਸ਼ਟਰ ਵਿੱਚ ਅਰਬ ਸਾਗਰ ਦੇ ਪੂਰਬੀ ਤੱਟ 'ਤੇ ਸਥਿਤ ਹੈ। 1661 ਈਸਵੀ ਵਿੱਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਹੋਣ ਸਮੇਂ ਇਹ ਨਗਰ
ਪੁਰਤਗਾਲੀਆਂ ਨੇ ਦਾਅ ਦੇ ਰੂਪ 'ਚ ਇੰਗਲੈਂਡ ਨੂੰ ਦੇ ਦਿੱਤਾ ਸੀ। ਹੌਲੀ ਹੌਲੀ ਬੰਬਈ ਅੰਗਰੇਜ਼ਾਂ ਦੀ ਪ੍ਰੈਜ਼ੀਡੈਂਸੀ ਬਣ ਗਈ। ਕਲਕੱਤਾ, ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਕੋਲਕਾਤਾ ਬੋਲਦੇ ਹਾਂ। 1665 ਈਸਵੀ ਵਿੱਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਕ ਫੈਕਟਰੀ ਸਥਾਪਿਤ ਕੀਤੀ ਅਤੇ ਉਸਦੇ ਆਲੇ ਦੁਆਲੇ ਇੱਕ ਕਿਲ੍ਹਾ ਬਣਾਇਆ ਸੀ। ਵੇਖਣਯੋਗ ਸਥਾਨ ਇੱਥੇ ਕਿਹੜੇ ਕਿਹੜੇ? ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ, ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੂਰ ਮੱਠ, ਰਾਸ਼ਟਰੀ ਪੁਸਤਕਾਲਿਆ ਆਦਿ ਹਨ ਜੋ ਇਸ ਦੀ ਮਹੱਤਤਾ ਨੂੰ ਵਧਾਉਂਦੇ ਹਨ। ਦਿੱਲੀ, ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਹੈ। ਤਾਂ ਇਹ ਕਿਸ ਤਰ੍ਹਾਂ ਜਿਹੜੀ ਹੋਂਦ ਵਿੱਚ ਆਈ? ਮਹਾਂਕਾਵ ਕਾਲ ਵਿੱਚ ਦਿੱਲੀ ਨੂੰ ਇੰਦਰਪ੍ਰਸਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤਾਂ ਪੁਰਾਣੇ ਸਮੇਂ 'ਚ ਇਹਨੂੰ ਇੰਦਰਪ੍ਰਸਥ ਕਹਿੰਦੇ ਸੀ। 1911 ਵਿੱਚ ਅੰਗਰੇਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਅਤੇ ਨਵੀਂ ਦਿੱਲੀ ਦਾ ਨਾਂ ਦਿੱਤਾ ਗਿਆ ਇਸ ਨੂੰ। ਤਾਂ ਅੱਜ ਅਸੀਂ ਰਾਜਧਾਨੀ ਕਿਹੜੀ ਆਪਣੀ? ਨਵੀਂ ਦਿੱਲੀ ਹੈ। ਦਿੱਲੀ ਵਿੱਚ ਵੇਖਣਯੋਗ ਸਥਾਨ ਲਾਲ ਕਿਲ੍ਹਾ, ਚਿੜੀਆ ਘਰ, ਅੱਪੂ ਘਰ, ਇੰਡੀਆ ਗੇਟ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਰਾਜਘਾਟ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮਾ ਮਸਜਿਦ, ਬਿਰਲਾ ਮੰਦਰ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਆਦਿ। ਤਾਂ ਇਹ ਸੀ ਆਪਣੇ ਅੱਜ ਦੇ ਇਹ ਟੌਪਿਕ। ਆਓ ਹੁਣ ਉਸ ਤੋਂ ਬਾਅਦ ਅਸੀਂ ਇਸ ਦੀ ਐਕਸਰਸਾਈਜ਼ ਕਰੀਏ। ਪਹਿਲਾਂ ਖਾਲੀ ਥਾਵਾਂ ਕਰਦੇ ਹਾਂ ਆਪਾਂ, ਤੁਸੀਂ ਦੱਸਣਾ ਹੈ, ਤੁਸੀਂ ਇਹਦੀ ਐਕਸਰਸਾਈਜ਼ ਨੂੰ ਹੱਲ ਕਰਨਾ। ਜਦੋਂ ਕੋਈ ਦੇਸ਼ ਦੂਜੇ ਦੇਸ਼ 'ਤੇ ਡੈਸ਼ ਡੈਸ਼ ਅਤੇ ਡੈਸ਼ ਤੌਰ 'ਤੇ ਅਧਿਕਾਰ ਕਰਦਾ, ਇਸ ਨੂੰ ਡੈਸ਼ ਕਹਿੰਦੇ ਹਨ। ਤੁਸੀਂ ਸੋਚੋ ਕੀ ਆਨਸਰ ਹੋਣਾ ਚਾਹੀਦਾ ਇਸਦਾ। ਦੂਜਾ ਕੁਐਸਚਨ, ਮਦਰਾਸ ਦਾ ਵਰਤਮਾਨ ਨਾਮ ਡੈਸ਼ ਹੈ। ਇਹ ਵੀ ਪੜ੍ਹ ਕੇ ਆਏ ਹਾਂ, ਇਹ ਵੀ ਸੋਚੋ ਤੁਸੀਂ ਕੀ ਹੋਣਾ ਚਾਹੀਦਾ ਹੈ। ਨਵੀਂ ਦਿੱਲੀ ਨੂੰ ਡੈਸ਼ ਈਸਵੀ ਵਿੱਚ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਣਾਇਆ। ਤਾਂ ਹੁਣੇ ਹੀ ਪੜ੍ਹਿਆ ਆਪਾਂ, ਤੁਹਾਡੇ ਤਾਜ਼ਾ ਯਾਦ ਹੋਊਗਾ, ਤਾਂ ਤੁਸੀਂ ਦੱਸੋਗੇ ਇਸ ਦੇ ਆਨਸਰ। ਸਹੀ ਜਾਂ ਗਲਤ? ਭਾਰਤ 'ਚ ਅੰਗਰੇਜ਼ਾਂ ਸਮੇਂ ਸੂਰਤ, ਹੜੱਪਾ ਅਤੇ ਮੋਹਨਜੋਦੜੋ ਸ਼ਹਿਰ ਹੋਂਦ ਵਿੱਚ ਆਏ। ਹੁਣ ਤੁਸੀਂ ਦੱਸ ਸਕਦੇ ਹੋ ਇਹ ਸਹੀ ਹੈ ਜਾਂ ਗਲਤ ਹੈ। 1665 ਈਸਵੀ ਵਿੱਚ ਅੰਗਰੇਜ਼ਾਂ ਨੇ ਬੰਗਾਲ ਵਿੱਚ ਪਹਿਲੀ ਵਪਾਰਕ ਫੈਕਟਰੀ ਸਥਾਪਿਤ ਕੀਤੀ। ਤਾਂ ਲਾਓ ਦਿਮਾਗ, ਦੱਸੋ ਤੁਸੀਂ ਵੀ ਇਹਦਾ ਆਨਸਰ ਸਹੀ ਹੈ ਜਾਂ ਗਲਤ ਹੈ। ਆਓ ਹੁਣ ਆਪਾਂ ਤੁਸੀਂ ਇਹਨਾਂ ਆਨਸਰਾਂ ਨੂੰ ਆਪਾਂ ਦੇਖਦੇ ਹਾਂ ਕੀ ਆਨਸਰ ਇਹਦੇ ਵਿੱਚ ਆਉਣੇ ਚਾਹੀਦੇ ਹਨ। ਲਗਭਗ ਤੁਹਾਨੂੰ ਇਸ ਬਾਰੇ ਪਤਾ ਲੱਗ ਹੀ ਗਿਆ ਹੋਊਗਾ। ਪਹਿਲਾ ਹੈ ਰਾਜਨੀਤਿਕ, ਆਰਥਿਕ, ਸਮਾਜਿਕ। ਦੂਜਾ ਆਪਾਂ ਮਦਰਾਸ ਦਾ ਨਾਮ ਜਿਹੜਾ ਹੈ ਉਹ ਚੇਨਈ ਹੈ। ਥਰਡ, ਨਵੀਂ ਦਿੱਲੀ ਨੂੰ 1911 ਈਸਵੀ ਵਿੱਚ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਣਾਇਆ ਸੀ। ਸਹੀ ਗੱਲ ਦੇਖਦੇ ਆਪਾਂ। ਤਾਂ ਪਹਿਲਾ ਗਲਤ ਹੈ, ਕਿਉਂਕਿ ਉਹਨਾਂ ਨੇ ਤਾਂ ਮੁੰਬਈ, ਕਲਕੱਤਾ ਅਤੇ ਜਿਹੜਾ ਬੰਬਈ, ਕਲਕੱਤਾ ਅਤੇ ਚੇਨਈ ਯਾਨੀ ਕਿ ਮਦਰਾਸ ਨੂੰ ਹੀ ਵਪਾਰਕ ਆਪਣੇ ਕੇਂਦਰ ਬਣਾਏ ਸੀ, ਉਹਨਾਂ ਨੇ ਸਥਾਪਿਤ ਕੀਤੇ ਸੀ ਸ਼ਹਿਰ। ਤਾਂ ਉਹ ਗਲਤ। ਅਤੇ ਜਿਹੜਾ 1665 ਈਸਵੀ ਵਿੱਚ ਅੰਗਰੇਜ਼ਾਂ ਬੰਗਾਲ ਵਿੱਚ ਪਹਿਲੀ ਵਪਾਰਕ ਫੈਕਟਰੀ ਸਥਾਪਿਤ ਕੀਤੀ, ਤਾਂ ਬਿਲਕੁਲ ਸਹੀ। ਤਾਂ ਇਹ ਸੀ ਆਪਣੇ ਅੱਜ ਦੀ ਜਿਹੜੀ ਪਾਰਟ 1। ਉਸ ਤੋਂ ਬਾਅਦ ਆਪਾਂ ਨੈਕਸਟ ਪਾਰਟ 2 ਅੱਗੇ ਦੇ ਹਿੱਸੇ ਵਿੱਚ ਕਰਾਂਗੇ। ਥੈਂਕ ਯੂ।